BTV ब्रॉडकास्टिंग देख रहे ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਵੈਸਟਜੈਟ ਦੇ ਇਸ ਕਦਮ ਨਾਲ ਕੈਲਗਰੀ ਵਿੱਚ ਪੈਦਾ ਹੋਣਗੀਆਂ ਨਵੀਆਂ ਨੌਕਰੀਆਂ। ਇਹਨਾਂ ਕੂਲਰਸ ਨੂੰ ਕੀਤਾ ਗਿਆ ਰੀਕਾਲ ਵਰਤੋਂ ਕਰਨ ਨਾਲ ਕੱਟ ਸਕਦੀਆਂ ਹਨ ਤੁਹਾਡੀਆਂ ਉਂਗਲਾਂ। ਇਸ ਪੰਜਾਬੀ ਨੇ ਕੈਨੇਡਾ ਵਿੱਚ ਹਾਸਲ ਕੀਤਾ ਵੱਡਾ ਮੁਕਾਮ। ਵਾਲਮਾਰਟ ਅਤੇ ਐਮਾਜ਼ਨ ਦੀ ਨਵੀਂ ਪਾਲਿਸੀ ਤੋਂ ਗਾਹਕ ਹੋਣਗੇ ਖੁਸ਼। ਤੇ ਹੁਣ ਖਬਰਾਂ ਵਿਸਥਾਰ ਵਿੱਚ। ਵੈਸਟਜੈਟ 에ਅਰਲਾਈਨਸ ਨੇ ਜਰਮਨ ਕੰਪਨੀ ਲੁਫਥਾਂਜ਼ਾ ਟੈਕਨਿਕ ਨਾਲ ਇੱਕ ਲੌਂਗ ਟਰਮ ਕਮਰਸ਼ੀਅਲ ਸਮਝੌਤਾ ਕੀਤਾ ਹੈ, ਜਿਸ ਅਨੁਸਾਰ ਕੈਲਗਰੀ 에ਅਰਪੋਰਟ ਤੇ ਇੱਕ ਨਵਾਂ ਇੰਜਨ ਰਿਪੇਅਰ ਸਟੇਸ਼ਨ ਬਣਾਇਆ ਜਾਵੇਗਾ। ਇਹ ਸਹੂਲੀਅਤ ਵੈਸਟਜੈਟ ਤੇ 50 ਬੋਇੰਗ 737 ਮੈਕਸ ਹਵਾਈ ਜਹਾਜ਼ਾਂ ਦੇ ਇੰਜਨਾਂ ਦੀ ਮੁਰੰਮਤ ਕਰੇਗੀ, ਜੋ ਕਿ 에ਅਰਲਾਈਨਸ ਦੀ ਫਲੀਟ ਦਾ ਲਗਭਗ 1/4 ਹਿੱਸਾ ਹੈ। ਵੈਸਟਜੈਟ ਦੇ ਅਨੁਸਾਰ ਲੁਫਥਾਂਜ਼ਾ ਟੈਕਨਿਕ ਨਾਲ 15 ਸਾਲ ਦਾ ਇਹ ਕਰਾਰਨਾਮਾ 에ਅਰਲਾਈਨ ਦੇ 30 ਸਾਲਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਹੈ। ਇਸ ਪ੍ਰੋਜੈਕਟ ਨਾਲ 2030 ਤੱਕ ਕੈਲਗਰੀ ਵਿੱਚ 160 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਹੈ। ਵੈਸਟਜੈਟ ਦੇ CEO ਐਲੈਕਸਿਸ ਵੌਨ ਹੌਰਨਸਬਰੌਚ ਨੇ ਕਿਹਾ ਕਿ ਇਸ ਦਹਾਕੇ ਦੇ ਅੰਤ ਤੱਕ 에ਅਰਲਾਈਨ ਦੀ ਫਲੀਟ ਵਿੱਚ 130 ਤੋਂ ਵੱਧ ਹਵਾਈ ਜਹਾਜ਼ ਹੋਣਗੇ। ਫੈਡਰਲ ਸਪੋਰਟ ਮੰਤਰੀ ਟੈਰੀ ਡੁਗਵਾਈਟ ਨੇ ਇਸ ਪ੍ਰੋਜੈਕਟ ਨੂੰ ਗੇਮ ਚੇਂਜਰ ਕਿਹਾ। ਉਹਨਾਂ ਨੇ ਕਿਹਾ ਕਿ ਇਹ ਸਹੂਲੀਅਤ ਨਵੀਂ ਜਨਰੇਸ਼ਨ ਦੇ ਹਵਾਈ ਜਹਾਜ਼ ਇੰਜਨਾਂ ਦੀ ਮੁਰੰਮਤ ਅਤੇ ਟੈਸਟਿੰਗ ਕੈਲਗਰੀ ਵਿੱਚ ਹੀ ਕਰੇਗੀ, ਜਿਸ ਨਾਲ ਸਮੇਂ ਅਤੇ ਲਾਗਤ ਵਿੱਚ ਕਮੀ ਆਵੇਗੀ। ਇਹ ਪ੍ਰੋਜੈਕਟ ਕੈਲਗਰੀ 에ਅਰਪੋਰਟ ਅਥਾਰਟੀ ਦੁਆਰਾ ਬਣਾਇਆ ਜਾਵੇਗਾ ਤੇ ਇਸ ਦੀ ਲਾਗਤ ਲਗਭਗ $120 ਮਿਲੀਅਨ ਹੋਣ ਦਾ ਅੰਦਾਜ਼ਾ ਹੈ। ਇਹ ਸਹੂਲੀਅਤ 2027 ਤੱਕ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਇਸ ਪ੍ਰੋਜੈਕਟ ਵਿੱਚ ਫੈਡਰਲ ਅਤੇ ਪ੍ਰਾਂਤ ਦੀਆਂ ਸਰਕਾਰਾਂ, ਓਪਰਚੁਨਿਟੀ ਕੈਲਗਰੀ ਇਨਵੈਸਟਮੈਂਟ ਫੰਡ, ਕੈਲਗਰੀ ਇਕਨੋਮਿਕ ਡਿਵੈਲਪਮੈਂਟ, ਕੈਲਗਰੀ ਇੰਟਰਨੈਸ਼ਨਲ 에ਅਰਪੋਰਟ ਅਤੇ ਕੈਨੇਡਾ ਇਨਫਰਾਸਟ੍ਰਕਚਰ ਬੈਂਕ ਦੀ ਵਿੱਤੀ ਸਹਾਇਤਾ ਸ਼ਾਮਿਲ ਹੈ। ਇੰਜਨ ਮੁਰੰਮਤ ਸਹੂਲੀਅਤ ਲਈ ਲੀਪ 1P ਇੰਜਨਾਂ ਦੀ ਮੁਰੰਮਤ ਕੀਤੀ ਜਾਵੇਗੀ, ਜਿਸ ਵਿੱਚ ਲੁਫਥਾਂਜ਼ਾ ਟੈਕਨਿਕ ਦੁਆਰਾ ਹੋਰ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਹਾਲਾਂਕਿ ਓਵਰਹੌਲਸ ਦੀ ਮੁਰੰਮਤ ਹੈਮਬਰਗ, ਜਰਮਨੀ ਵਿੱਚ ਹੀ ਕੀਤੀ ਜਾਵੇਗੀ। ਇਗਲੂ ਕੰਪਨੀ ਨੇ ਆਪਣੇ 10 ਲੱਖ ਤੋਂ ਵੱਧ ਕੂਲਰਸ ਨੂੰ ਰੀਕਾਲ ਕਰਨ ਦਾ ਐਲਾਨ ਕੀਤਾ ਹੈ, ਕਿਉਂਕਿ ਇਹਨਾਂ ਦੇ ਹੈਂਡਲ ਵਿੱਚ ਇੱਕ ਖਤਰਨਾਕ ਖਾਮੀ ਪਾਈ ਗਈ ਹੈ, ਜਿਸ ਕਾਰਨ ਕਈ ਲੋਕਾਂ ਦੀਆਂ ਉਂਗਲਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਦੀਆਂ ਉਂਗਲਾਂ ਕੱਟਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਇਹ ਰੀਕਾਲ ਇਗਲੂ 90 QD ਫਲਿਪ ਐਂਡ ਟੋ ਰੋਲਿੰਗ ਕੂਲਰਸ ਨਾਮਕ ਮਾਡਲ ਨਾਲ ਸੰਬੰਧਿਤ ਹੈ। ਅਮਰੀਕੀ ਖਪਤਕਾਰ ਉਤਪਾਦ ਸੁਰੱਖਿਆ ਕਮਿਸ਼ਨ CPSC ਦੇ ਅਨੁਸਾਰ ਇਸ ਕੂਲਰ ਦੇ ਟੋ ਹੈਂਡਲ ਵਿੱਚ ਇੱਕ ਖਾਮੀ ਹੈ, ਜੋ ਵਰਤੋਂਕਾਰਾਂ ਦੀਆਂ ਉਂਗਲਾਂ ਨੂੰ ਪਿੰਚ ਕਰ ਸਕਦੀ ਹੈ, ਜਿਸ ਨਾਲ ਉਂਗਲਾਂ ਦੇ ਕੱਟੇ ਜਾਣ ਜਾਂ ਹੋਰ ਸੱਟਾਂ ਲੱਗਣ ਦਾ ਖਤਰਾ ਹੈ। ਇਗਲੂ ਨੂੰ ਅਮਰੀਕਾ ਵਿੱਚ 12 ਲੋਕਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ, ਜਿਨ੍ਹਾਂ ਵਿੱਚ ਉਂਗਲਾਂ ਦੇ ਕੱਟੇ ਜਾਣ, ਹੱਡੀਆਂ ਦੇ ਟੁੱਟਣ ਅਤੇ ਜ਼ਖਮੀ ਹੋਣ ਦੀਆਂ ਘਟਨਾਵਾਂ ਸ਼ਾਮਿਲ ਹਨ। ਕੰਪਨੀ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਇਹਨਾਂ ਕੂਲਰਾਂ ਦੀ ਵਰਤੋਂ ਤੁਰੰਤ ਬੰਦ ਕਰ ਦੇਣ ਅਤੇ ਮੁਫਤ ਹੈਂਡਲ ਰਿਪਲੇਸਮੈਂਟ ਲਈ ਇਗਲੂ ਨਾਲ ਸੰਪਰਕ ਕਰਨ। ਇਹ ਕੂਲਰ 2019 ਤੋਂ ਜਨਵਰੀ 2025 ਤੱਕ ਕਾਸਕੋ, ਟਾਰਗੇਟ, ਡਿਕਸ ਅਤੇ ਐਮਾਜ਼ਨ ਵਰਗੇ ਵੱਡੇ ਰਿਟੇਲਰਾਂ ਤੇ $80 ਤੋਂ $140 ਦੀ ਕੀਮਤ ਵਿੱਚ ਵਿਕੇ ਸਨ। ਅਮਰੀਕਾ ਵਿੱਚ ਲਗਭਗ 10.5 ਲੱਖ, ਕੈਨੇਡਾ ਵਿੱਚ 47,000 ਅਤੇ ਮੈਕਸੀਕੋ ਵਿੱਚ 23,000 ਕੂਲਰ ਵਿਕ ਗਏ ਸਨ। ਪ੍ਰਭਾਵਿਤ ਕੂਲਰਾਂ ਨੂੰ ਉਹਨਾਂ ਦੇ ਮਾਡਲ ਨੰਬਰ ਅਤੇ ਵੇਰਵੇ ਦੁਆਰਾ ਪਹਿਚਾਣਿਆ ਜਾ ਸਕਦਾ ਹੈ। ਇਹ ਕੂਲਰ ਕਈ ਰੰਗਾਂ ਵਿੱਚ ਉਪਲਬਧ ਸਨ ਅਤੇ ਇਹਨਾਂ ਤੇ ਇਗਲੂ ਲਿਖਿਆ ਹੋਇਆ ਸੀ। ਇਹ ਕੂਲਰ ਜਨਵਰੀ 2024 ਤੋਂ ਪਹਿਲਾਂ ਅਮਰੀਕਾ ਵਿੱਚ ਤਿਆਰ ਕੀਤੇ ਗਏ ਸਨ। ਗਾਹਕ ਰੀਕਾਲ ਲਈ ਆਨਲਾਈਨ ਰਜਿਸਟਰ ਕਰ ਸਕਦੇ ਹਨ ਜਾਂ ਟੈਕਸਸ ਤੇ ਇਗਲੂ ਨੂੰ 8889435182 ਤੇ ਕਾਲ ਕਰਕੇ ਜਾਂ ਈਮੇਲ ਕਰਕੇ ਮੁਫਤ ਹੈਂਡਲ ਰਿਪਲੇਸਮੈਂਟ ਦੀ ਮੰਗ ਵੀ ਕਰ ਸਕਦੇ ਹਨ। ਕੈਨੇਡਾ ਦੇ ਪਹਿਲੇ RCMP ਅਧਿਕਾਰੀ ਪਲਤੇਜ ਢਿੱਲੋਂ, ਜਿਨ੍ਹਾਂ ਨੇ ਟਰਬਨ ਪਹਿਨਣ ਦੀ ਇਜਾਜ਼ਤ ਲਈ ਲੜਾਈ ਲੜੀ ਸੀ, ਹੁਣ ਕੈਨੇਡਾ ਦੇ ਸੈਨੇਟ ਵਿੱਚ ਨਿਯੁਕਤ ਕੀਤੇ ਗਏ ਹਨ। ਢਿੱਲੋਂ ਨੇ 1991 ਵਿੱਚ ਇਤਿਹਾਸ ਰਚਿਆ ਸੀ, ਜਦੋਂ ਉਹ RCMP ਵਿੱਚ ਟਰਬਨ ਪਹਿਨਣ ਵਾਲੇ ਪਹਿਲੇ ਅਧਿਕਾਰੀ ਬਣੇ ਸਨ। ਢਿੱਲੋਂ ਨੇ 1991 ਵਿੱਚ RCMP ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਲਈ ਲੜਾਈ ਲੜੀ, ਕਿਉਂਕਿ ਉਸ ਸਮੇਂ ਟਰਬਨ ਅਤੇ ਦਾੜੀ ਤੇ ਪਾਬੰਦੀ ਸੀ। ਉਹਨਾਂ ਨੇ RCMP ਕਮਿਸ਼ਨਰ ਨੂੰ ਅਪੀਲ ਕੀਤੀ, ਜਿਸ ਨੇ ਫੈਡਰਲ ਸਰਕਾਰ ਨੂੰ ਇਹ ਪਾਬੰਦੀ ਹਟਾਉਣ ਲਈ ਕਿਹਾ। 1990 ਵਿੱਚ ਮਹੀਨਿਆਂ ਦੀ ਬਹਿਸ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਬ੍ਰਾਇਨ ਮੁਲਰੋਨੀ ਦੀ ਸਰਕਾਰ ਨੇ ਡਰੈਸ ਕੋਡ ਵਿੱਚ ਕਈ ਤਬਦੀਲੀਆਂ ਕੀਤੀਆਂ, ਜਿਸ ਵਿੱਚ ਪੱਗ ਬੰਨ੍ਹਣਾ ਅਤੇ ਦਾੜੀ ਰੱਖਣਾ ਸ਼ਾਮਲ ਸੀ।
ਢਿੱਲੋਂ ਨੇ ਆਰਸੀਐਮਪੀ ਵਿੱਚ 30 ਸਾਲ ਦਾ ਕੈਰੀਅਰ ਬਿਤਾਇਆ ਅਤੇ ਕਈ ਮਹੱਤਵਪੂਰਨ ਜਾਂਚਾਂ ਵਿੱਚ ਮੁੱਖ ਭੂਮਿਕਾ ਨਿਭਾਈ, ਜਿਸ ਵਿੱਚ 에ਅਰ ਇੰਡੀਆ ਬੋਂਬਿੰਗ ਅਤੇ ਰਾਬਰਟ ਪਿਕਟਨ ਕੇਸ ਵੀ ਸ਼ਾਮਿਲ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 7 ਫਰਵਰੀ ਨੂੰ ਢਿੱਲੋਂ ਨੂੰ ਸੈਨੇਟ ਵਿੱਚ ਨਿਯੁਕਤ ਕਰਨ ਦਾ ਐਲਾਨ ਕੀਤਾ। ਇਹ ਨਿਯੁਕਤੀ ਸੈਨੇਟ ਵਿੱਚ ਖਾਲੀ ਪਏ ਕੁਝ ਸਥਾਨਾਂ ਨੂੰ ਭਰਨ ਲਈ ਕੀਤੀ ਗਈ ਹੈ। ਕੈਨੇਡਾ ਦੇ ਸੈਨੇਟਰਸ ਦਾ ਕੰਮ ਓਟਵਾ ਦੇ ਹਾਊਸ ਆਫ ਕਾਮਨਸ ਵਿੱਚ ਪਾਸ ਕੀਤੇ ਗਏ ਕਾਨੂੰਨਾਂ ਦੀ ਜਾਂਚ ਕਰਨਾ, ਉਹਨਾਂ ਦਾ ਅਧਿਐਨ ਕਰਨਾ ਅਤੇ ਸੁਧਾਰ ਲਈ ਸੁਝਾਅ ਦੇਣਾ ਹੈ। ਕੋਈ ਵੀ ਬਿੱਲ ਕਾਨੂੰਨ ਬਣਨ ਤੋਂ ਪਹਿਲਾਂ ਸੈਨੇਟ ਵਿੱਚ ਪਾਸ ਹੋਣਾ ਜ਼ਰੂਰੀ ਹੈ। ਢਿੱਲੋਂ ਨੇ ਕਿਹਾ ਕਿ ਉਹ ਆਪਣੇ ਸੈਨੇਟਰ ਦੇ ਤੌਰ ਤੇ ਜਨਤਕ ਸੁਰੱਖਿਆ ਅਤੇ ਸੰਗਠਿਤ ਅਪਰਾਧ ਵਿੱਚ ਆਪਣੇ ਤਜਰਬੇ ਨੂੰ ਸਾਂਝਾ ਕਰਨਗੇ। ਉਹਨਾਂ ਨੇ ਕਿਹਾ, ਸਾਡੇ ਦੇਸ਼ ਵਿੱਚ ਕੁਝ ਚੀਜ਼ਾਂ ਜਿਵੇਂ ਕਿ ਫੈਂਟਨਲ ਸੰਕਟ, ਸੰਗਠਿਤ ਅਪਰਾਧ ਅਤੇ ਗੈਂਗਸ ਸਾਡੇ ਲਈ ਚੁਣੌਤੀਆਂ ਹਨ। ਉਹਨਾਂ ਕਿਹਾ, ਮੈਂ ਇਹਨਾਂ ਮੁੱਦਿਆਂ ਨੂੰ ਹੱਲ ਕਰਨ ਲਈ ਨਵੇਂ ਤਰੀਕੇ ਲੱਭਣ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹਾਂ। ਢਿੱਲੋਂ ਨੇ ਕੈਨੇਡਾ ਦੀਆਂ ਸੰਸਥਾਵਾਂ ਵਿੱਚ ਪ੍ਰਤੀਨਿਧਤਾ ਦੇ ਮਹੱਤਵ ਤੇ ਜ਼ੋਰ ਦਿੰਦੇ ਹੋਏ ਕਿਹਾ, ਮੈਂ ਦੇਖਣਾ ਚਾਹੁੰਦਾ ਹਾਂ ਕਿ ਮੈਨੂੰ ਮੇਰੀ ਮੈਰਿਟ ਤੇ ਜ਼ਿੰਮੇਵਾਰੀ ਦਿੱਤੀ ਜਾਵੇ। ਮੈਂ ਕਿਸੇ ਟੋਕਨ ਦੇ ਤੌਰ ਤੇ ਨਹੀਂ ਰਹਿਣਾ ਚਾਹੁੰਦਾ। ਮੈਂ ਇੱਕ ਚੰਗਾ ਪੁਲਿਸ ਅਧਿਕਾਰੀ ਵਜੋਂ ਯਾਦ ਰੱਖਿਆ ਜਾਣਾ ਚਾਹੁੰਦਾ ਹਾਂ। ਕ੍ਰਿਸਟੀ ਬ੍ਰਾਂਡ ਦੇ ਓਰੀਜਨਲ ਮਿਨੀ ਰਿਟਸ ਕ੍ਰੈਕਰਸ ਨੂੰ ਕੈਨੇਡਾ ਭਰ ਵਿੱਚ ਰਿਕਾਲ ਕੀਤਾ ਗਿਆ ਹੈ। ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ CFIA ਦੁਆਰਾ ਜਾਰੀ ਕੀਤੀ ਗਈ ਇਸ ਰਿਕਾਲ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਪ੍ਰੋਡਕਟਸ ਵਿੱਚ ਦੁੱਧ ਹੋ ਸਕਦਾ ਹੈ ਜੋ ਕਿ ਲੇਬਲ ਤੇ ਦਰਸਾਇਆ ਨਹੀਂ ਗਿਆ। ਇਹ ਉਹਨਾਂ ਲੋਕਾਂ ਲਈ ਖਤਰਨਾਕ ਹੋ ਸਕਦਾ ਹੈ ਜਿਨ੍ਹਾਂ ਨੂੰ ਦੁੱਧ ਤੋਂ ਐਲਰਜੀ ਹੈ। CFIA ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਹਾਨੂੰ ਦੁੱਧ ਤੋਂ ਐਲਰਜੀ ਹੈ ਤਾਂ ਤੁਸੀਂ ਇਸ ਨੂੰ ਨਾ ਖਾਓ, ਕਿਉਂਕਿ ਇਹ ਗੰਭੀਰ ਜਾਂ ਜਾਨਲੇਵਾ ਹੋ ਸਕਦਾ ਹੈ। ਇਹ ਰਿਕਾਲ ਕੰਪਨੀ ਦੁਆਰਾ ਸ਼ੁਰੂ ਕੀਤਾ ਗਿਆ ਹੈ। ਇਸ ਸਮੇਂ ਤੱਕ ਇਸ ਨੂੰ ਖਾਣ ਨਾਲ ਕਿਸੇ ਵੱਲੋਂ ਵੀ ਕੋਈ ਪ੍ਰਤੀਕਿਰਿਆ ਦੀ ਰਿਪੋਰਟ ਨਹੀਂ ਮਿਲੀ ਹੈ। ਰਿਕਾਲ ਕੀਤੇ ਗਏ ਕ੍ਰੈਕਰਸ ਦੇ ਪੈਕੇਜਿੰਗ ਦੇ 3 ਵੱਖ-ਵੱਖ ਬੈਸਟ ਬਾਏ ਤਰੀਕਾ ਹਨ, ਜੋ ਕਿ 22 ਜੂਨ, 23 ਜੂਨ ਜਾਂ 24 ਜੂਨ 2025 ਤੱਕ ਹਨ। CFIA ਨੇ ਸਿਫਾਰਿਸ਼ ਕੀਤੀ ਹੈ ਕਿ ਰਿਕਾਲ ਕੀਤੇ ਗਏ ਪ੍ਰੋਡਕਟਸ ਨੂੰ ਸੁੱਟ ਦਿੱਤਾ ਜਾਵੇ ਜਾਂ ਜਿੱਥੋਂ ਇਹ ਖਰੀਦੇ ਗਏ ਸਨ ਉੱਥੇ ਵਾਪਸ ਕਰ ਦਿੱਤੇ ਜਾਣ। ਇਸ ਲਈ ਖਪਤਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਤਪਾਦਾਂ ਤੇ ਲੇਬਲ ਨੂੰ ਧਿਆਨ ਨਾਲ ਪੜ੍ਹਨ ਅਤੇ ਜੇਕਰ ਕੋਈ ਸ਼ੱਕ ਹੋਵੇ ਤਾਂ ਉਤਪਾਦ ਨੂੰ ਨਾ ਖਰੀਦਣ। ਕੁਝ ਵੱਡੇ ਰਿਟੇਲਰ ਜਿਵੇਂ ਕਿ ਵਾਲਮਾਰਟ ਅਤੇ ਐਮਾਜ਼ਨ ਨੇ ਇੱਕ ਨਵੀਂ ਪਾਲਿਸੀ ਸ਼ੁਰੂ ਕੀਤੀ ਹੈ, ਜਿਸ ਵਿੱਚ ਗਾਹਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ, ਪਰ ਉਹਨਾਂ ਨੂੰ ਪ੍ਰੋਡਕਟ ਵਾਪਸ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਪ੍ਰਤੀਕਿਰਿਆ ਨੂੰ ਰਿਟਰਨਲੈਸ ਰੀਫੰਡ ਵੀ ਕਿਹਾ ਜਾਂਦਾ ਹੈ ਅਤੇ ਇਹ ਰਿਟੇਲਰਸ ਲਈ ਇੱਕ ਫਾਇਦੇਮੰਦ ਵਿਕਲਪ ਹੈ। ਇਸ ਪਾਲਿਸੀ ਦਾ ਮੁੱਖ ਕਾਰਨ ਇਹ ਹੈ ਕਿ ਕੁਝ ਉਤਪਾਦਾਂ ਨੂੰ ਵਾਪਸ ਲੈਣਾ ਅਤੇ ਦੁਬਾਰਾ ਪ੍ਰੋਸੈਸ ਕਰਨਾ ਮਹਿੰਗਾ ਹੁੰਦਾ ਹੈ। ਉਦਾਹਰਣ ਵਜੋਂ, ਜੇਕਰ ਕੋਈ ਗਾਹਕ $20 ਦੀ ਟੀ-ਸ਼ਰਟ ਵਾਪਸ ਕਰਦਾ ਹੈ ਤਾਂ ਇਸ ਨੂੰ ਵਾਪਸ ਲੈਣ ਅਤੇ ਪ੍ਰੋਸੈਸ ਕਰਨ ਵਿੱਚ $30 ਤੋਂ ਵੱਧ ਦਾ ਖਰਚਾ ਆ ਸਕਦਾ ਹੈ। ਇਸ ਲਈ ਕੰਪਨੀਆਂ ਨੇ ਫੈਸਲਾ ਕੀਤਾ ਹੈ ਕਿ ਕੁਝ ਉਤਪਾਦਾਂ ਲਈ ਗਾਹਕਾਂ ਨੂੰ ਰੀਫੰਡ ਦੇਣਾ ਅਤੇ ਉਤਪਾਦ ਰੱਖਣ ਦੇਣਾ ਵਧੇਰੇ ਫਾਇਦੇਮੰਦ ਹੈ। ਇਹ ਪਾਲਿਸੀ ਖਾਸ ਤੌਰ ਤੇ ਘੱਟ ਕੀਮਤ ਵਾਲੇ ਉਤਪਾਦਾਂ ਜਾਂ ਉਹਨਾਂ ਚੀਜ਼ਾਂ ਲਈ ਲਾਗੂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਦੁਬਾਰਾ ਵਿਕਰੀ ਕਰਨ ਦੀ ਸੰਭਾਵਨਾ ਬਹੁਤ ਹੀ ਘੱਟ ਹੁੰਦੀ ਹੈ। ਇਸ ਤਰ੍ਹਾਂ ਕੰਪਨੀਆਂ ਨਾ ਸਿਰਫ ਖਰਚੇ ਬਚਾਉਂਦੀਆਂ ਹਨ ਬਲਕਿ ਗਾਹਕਾਂ ਨੂੰ ਵੀ ਸੰਤੁਸ਼ਟ ਰੱਖਦੀਆਂ ਹਨ। ਐਮਾਜ਼ਨ ਨੇ ਇਸ ਪਾਲਿਸੀ ਨੂੰ ਹੋਰ ਵਿਸਥਾਰ ਦਿੱਤਾ ਹੈ। ਪਿਛਲੇ ਸਾਲ ਅਗਸਤ ਵਿੱਚ ਐਮਾਜ਼ਨ ਨੇ ਐਲਾਨ ਕੀਤਾ ਕਿ $75 ਤੋਂ ਘੱਟ ਦੇ ਉਤਪਾਦਾਂ ਲਈ ਥਰਡ ਪਾਰਟੀ ਵਿਕਰੇਤਾ ਵੀ ਗਾਹਕਾਂ ਨੂੰ ਬਿਨਾਂ ਵਾਪਸੀ ਦੇ ਰੀਫੰਡ ਦੇ ਸਕਦੇ ਹਨ। ਇਸ ਨਾਲ ਗਾਹਕਾਂ ਨੂੰ ਵਾਪਸੀ ਦੀ ਪ੍ਰਕਿਰਿਆ ਵਿੱਚ ਕੋਈ ਪਰੇਸ਼ਾਨੀ ਨਹੀਂ ਝੱਲਣੀ ਪਵੇਗੀ। ਇਹ ਪਾਲਿਸੀ ਹੁਣ ਸਿਰਫ ਅਮਰੀਕਾ ਤੱਕ ਸੀਮਤ ਨਹੀਂ ਰਹੀ। ਚੀਨ ਦੀਆਂ ਕੰਪਨੀਆਂ ਜਿਵੇਂ ਕਿ ਸ਼ੀਨ ਅਤੇ ਟੇਮੂ ਨੇ ਵੀ ਇਸ ਨੂੰ ਅਪਣਾਇਆ ਹੈ। ਇਸ ਤੋਂ ਇਲਾਵਾ ਟਾਰਗੇਟ, ਓਵਰਸਟਾਕ ਅਤੇ ਪੈਟ ਰਿਟੇਲਰ ਚੇਵੀ ਵਰਗੀਆਂ ਕੰਪਨੀਆਂ ਨੇ ਵੀ ਇਸ ਪਾਲਿਸੀ ਨੂੰ ਲਾਗੂ ਕੀਤਾ ਹੈ। ਕੁਝ ਗਾਹਕਾਂ ਨੇ ਦੱਸਿਆ ਹੈ ਕਿ ਚੇਵੀ ਨੇ ਉਹਨਾਂ ਨੂੰ ਨਾ ਚਾਹੁੰਦੇ ਉਤਪਾਦਾਂ ਨੂੰ ਸਥਾਨਕ ਪਸ਼ੂ ਆਸ਼ਰਣਾਂ ਨੂੰ ਦਾਨ ਕਰਨ ਦੀ ਸਲਾਹ ਦਿੱਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਵਿਸ਼ਵ ਵਿਆਪੀ ਪੱਧਰ ਤੇ ਰੈਸੀਪ੍ਰੋਕਲ ਟੈਰਿਫਸ ਲਗਾਉਣ ਦਾ ਐਲਾਨ ਕੀਤਾ ਹੈ। ਇਸ ਨਵੀਂ ਨੀਤੀ ਅਨੁਸਾਰ ਜੋ ਦੇਸ਼ ਅਮਰੀਕਾ ਤੇ ਟੈਰਿਫ ਲਗਾਉਂਦੇ ਹਨ ਉਹਨਾਂ ਤੇ ਵੀ ਅਮਰੀਕਾ ਉਸੇ ਹਿਸਾਬ ਨਾਲ ਟੈਰਿਫ ਲਗਾਏਗਾ। ਟਰੰਪ ਨੇ ਕਿਹਾ ਕਿ ਇਹ ਕਦਮ ਨਿਆਂ ਲਈ ਲਿਆ ਗਿਆ ਹੈ ਅਤੇ ਹੁਣ ਤੱਕ ਦੇਸ਼ਾਂ ਨੇ ਅਮਰੀਕਾ ਤੇ ਟੈਰਿਫ ਲਗਾਏ ਹਨ ਉਹਨਾਂ ਦਾ ਜਵਾਬ ਦਿੱਤਾ ਜਾਵੇਗਾ। ਟਰੰਪ ਨੇ ਕਿਹਾ, ਮੈਂ ਫੈਸਲਾ ਕੀਤਾ ਹੈ ਕਿ ਅਸੀਂ ਹਰ ਦੇਸ਼ ਤੇ ਉਨਾ ਹੀ ਟੈਰਿਫ ਲਗਾਵਾਂਗੇ। ਜੇਕਰ ਕੋਈ ਦੇਸ਼ ਅਮਰੀਕਾ ਤੇ 50% ਟੈਰਿਫ ਲਗਾਉਂਦਾ ਹੈ ਤਾਂ ਅਸੀਂ ਵੀ ਉਸ ਤੇ 50% ਟੈਰਿਫ ਵੀ ਲਗਾਵਾਂਗੇ। ਇਹ ਟੈਰਿਫ ਤੁਰੰਤ ਲਾਗੂ ਨਹੀਂ ਹੋਣਗੇ, ਪਰ ਟਰੰਪ ਦੀ ਟੀਮ ਦੁਆਰਾ ਵੱਖ-ਵੱਖ ਦੇਸ਼ਾਂ ਨਾਲ ਵਪਾਰਿਕ ਸੰਬੰਧਾਂ ਦੀ ਜਾਂਚ ਕਰਨ ਤੋਂ ਬਾਅਦ ਇਹਨਾਂ ਨੂੰ ਲਾਗੂ ਕੀਤਾ ਜਾ ਸਕਦਾ ਹੈ। ਇਸ ਦੌਰਾਨ ਚੀਨ, ਜਾਪਾਨ, ਦੱਖਣੀ ਕੋਰੀਆ ਅਤੇ ਯੂਰਪੀਅਨ ਯੂਨੀਅਨ ਵਰਗੇ ਦੇਸ਼ਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।
ਕੈਨੇਡਾ ਦੇ ਪ੍ਰੀਮੀਅਰ ਵਾਸ਼ਿੰਗਟਨ ਡੀਸੀ ਵਿੱਚ ਇਸ ਮੁੱਦੇ ਤੇ ਚਰਚਾ ਕਰਨ ਲਈ ਪਹੁੰਚੇ ਹਨ। ਉਹਨਾਂ ਨੇ ਟੀਮ ਕੈਨੇਡਾ ਦਾ ਰੁਖ ਅਪਣਾਇਆ ਹੈ ਤਾਂ ਜੋ ਟਰੰਪ ਨੂੰ ਸਮਝਾਇਆ ਜਾ ਸਕੇ ਕਿ ਕੈਨੇਡਾ ਤੇ ਟੈਰਿਫ ਲਗਾਉਣਾ ਦੋਵੇਂ ਦੇਸ਼ਾਂ ਲਈ ਨੁਕਸਾਨਦੇਹ ਹੈ। ਕੈਨੇਡਾ ਦੇ ਪ੍ਰੀਮੀਅਰਸ ਨੇ ਕਿਹਾ ਕਿ ਜੇਕਰ ਟੈਰਿਫ ਲਗਾਏ ਜਾਂਦੇ ਹਨ ਤਾਂ ਕੈਨੇਡਾ ਵੀ ਜਵਾਬੀ ਕਾਰਵਾਈ ਕਰੇਗਾ। ਕੈਨੇਡੀਅਨ ਚੈਂਬਰ ਆਫ ਕਾਮਰਸ ਨੇ ਇਸ ਕਦਮ ਨੂੰ ਵਿਸ਼ਵਵਿਆਪੀ ਵਪਾਰਕ ਨਿਯਮਾਂ ਨੂੰ ਤੋੜਨ ਦੀ ਪਹਿਲ ਕਿਹਾ ਹੈ। ਚੈਂਬਰ ਦੇ ਪ੍ਰਧਾਨ ਕੈਂਡਿਸ ਲੈਂਗ ਨੇ ਕਿਹਾ ਕਿ ਟੈਰਿਫਸ ਇੱਕ ਤਰ੍ਹਾਂ ਦਾ ਟੈਕਸ ਹੈ ਜੋ ਸਮਾਨ ਦੀ ਕੀਮਤ ਵਧਾਉਂਦਾ ਹੈ ਅਤੇ ਅਮਰੀਕਾ ਜਾਂ ਕੈਨੇਡਾ ਦੇ ਲਈ ਫਾਇਦੇਮੰਦ ਨਹੀਂ ਹੈ। ਟਰੰਪ ਦਾ ਕਹਿਣਾ ਹੈ ਕਿ ਟੈਰਿਫ ਅਮਰੀਕਾ ਦੇ ਉਤਪਾਦਾਂ ਨੂੰ ਵਿਦੇਸ਼ੀ ਬਾਜ਼ਾਰਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਵੇਚਣ ਲਈ ਹਨ। ਉਹਨਾਂ ਨੇ ਕਿਹਾ ਕਿ ਇਹ ਕਦਮ ਛੋਟੇ ਸਮੇਂ ਲਈ ਸਮਾਨ ਦੀਆਂ ਕੀਮਤਾਂ ਵਧਾ ਸਕਦਾ ਹੈ ਪਰ ਲੰਬੇ ਸਮੇਂ ਲਈ ਇਹ ਅਮਰੀਕਾ ਲਈ ਫਾਇਦੇਮੰਦ ਹੋਵੇਗਾ। ਇਸ ਨਵੀਂ ਨੀਤੀ ਨਾਲ ਟਰੰਪ ਦਾ ਟੀਚਾ ਹੈ ਕਿ ਹੋਰ ਦੇਸ਼ ਆਪਣੇ ਟੈਰਿਫਸ ਘਟਾਉਣ ਲਈ ਗੱਲਬਾਤ ਕਰਨ। ਇੱਕ ਵਾਈਟ ਹਾਊਸ ਅਧਿਕਾਰੀ ਨੇ ਕਿਹਾ ਕਿ ਜੇਕਰ ਹੋਰ ਦੇਸ਼ ਆਪਣੇ ਟੈਰਿਫ ਘਟਾਉਂਦੇ ਹਨ ਤਾਂ ਅਮਰੀਕਾ ਵੀ ਆਪਣੇ ਟੈਰਿਫ ਘਟਾ ਦੇਵੇਗਾ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ BTV ਬ੍ਰੌਡਕਾਸਟਿੰਗ। ਆਲਵੇਜ਼ ਬੀ ਪੋਜ਼ਿਟਿਵ ਐਂਡ ਬੀ yourself।